ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕਥਾਵਾਚਕ ਭਾਈ ਸ਼ਿਵਤੇਜ ਸਿੰਘ ਨੇ ਵਿਸਾਖੀ ਮੌਕੇ ਮਾਪਿਆਂ ਤੇ ਗੁਰਦੁਆਰਿਆਂ ਦੇ ਨਾਂ ਸੁਨੇਹਾ ਕੀਤਾ ਜਾਰੀ। ਕਿਹਾ ਨੌਜਵਾਨ ਪੀੜ੍ਹੀ ਨੂੰ ਸਿੱਖ ਪੰਥ ਨਾਲ ਜੋੜਨ ਲਈ ਕੋਸ਼ਿਸ਼ਾਂ ਦੀ ਲੋੜ। ਕੀ ਕੈਨੇਡਾ 'ਚ ਡੈਂਟਲ ਕੇਅਰ ਹੋਵੇਗਾ ਸਸਤਾ? ਕਿਹੜੇ ਉਮਰ ਦੇ ਲੋਕਾਂ ਨੂੰ ਹੋਵੇਗਾ ਫਾਇਦਾ? ਡਾਕਟਰ ਸਤਪ੍ਰੀਤ ਨੇ ਦੱਸੀ ਇਸ ਸੰਬੰਧੀ ਜਾਣਕਾਰੀ। बैंक ऑफ कैनेडा ने की इंटरस्ट के 1% दे वधाए रेट, महंगाई वधना दस्या कारण। जिद्दां खबरां विस्तार दे नाल। अज खालसा साजना दिवस है तो इस मौके सब तो पहला तो यह गल समझनी बहुत जरूरी है कि अज असीं सारे कित्थे खड़े हाँ। कि नौजवान पीढ़ी खालसा पंथ की साजना की महत्ता नूं समझदी है? क्यों नौजवान पीढ़ी खालसा पंथ साजन तो कतराउंदी है? ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੁੰਦੇ ਹਾਂ ਤਾਂ ਸਾਡੇ ਕਿਹੜੇ ਫਰਜ਼ ਨੇ ਜਿਨ੍ਹਾਂ ਤੋਂ ਅਸੀਂ ਦੂਰ ਜਾ ਰਹੇ ਹਾਂ? ਇਸ ਸੰਬੰਧੀ ਭਾਈ ਸ਼ਿਵਤੇਜ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਆਪਣੀ ਅਪੀਲ ਨੌਜਵਾਨਾਂ ਨੂੰ, ਮਾਪਿਆਂ ਨੂੰ ਤੇ ਗੁਰਦੁਆਰਿਆਂ ਨੂੰ ਕੁਝ ਇਸ ਤਰ੍ਹਾਂ ਕੀਤੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਸਾਰੇ ਦਰਸ਼ਕਾਂ ਨੂੰ ਚੈਨਲ ਪੰਜਾਬੀ ਦੀ ਟੀਮ ਦੇ ਵੱਲੋਂ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਿਸਾਖੀ ਦਾ ਦਿਨ ਗੁਰੂ ਸਾਹਿਬ ਨੇ ਕਿਉਂ ਚੁਣਿਆ ਸੀਗਾ ਖਾਲਸਾ ਪੰਥ ਦੀ ਜਿਹੜੀ ਹੈ ਉਹ ਸਥਾਪਨਾ ਕਰਨ ਦੇ ਲਈ, ਸਾਜਣ ਦੇ ਲਈ? ਇਸ ਸੰਬੰਧੀ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਖਾਲਸਾ ਜਿਹੜਾ ਪੰਥ ਹੈ ਉਹਨੂੰ ਸਾਜਣ ਤੋਂ ਕਿਉਂ ਘਬਰਾਉਂਦੀ ਹੈ, ਕਿਉਂ ਡਰਦੀ ਹੈ, ਕਿਉਂ ਅਡੋਪਟ ਨਹੀਂ ਕਰ ਪਾ ਰਹੀ, ਕੀ ਕਮੀਆਂ ਰਹਿ ਰਹੀਆਂ ਨੇ, ਉਸ ਸੰਬੰਧੀ ਗੱਲਬਾਤ ਕਰਾਂਗੇ। ਸਾਡੇ ਨਾਲ ਕਥਾਵਾਚਕ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਸੁਣਦੇ ਰਹੇ ਹੋ, ਸ਼ਿਵਤੇਜ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ। ਸ਼ਿਵਤੇਜ ਸਿੰਘ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈਆਂ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ। ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ, ਤੇ ਜਿੰਨੇ ਸੁਣਨ ਵਾਲੇ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਤੁਹਾਡੇ ਤੋਂ ਸਭ ਤੋਂ ਪਹਿਲਾਂ ਤਾਂ ਯਾਨੀ ਇਹੀ ਜਾਣਨਾ ਚਾਹਾਂਗੇ ਕਿ ਖਾਲਸਾ ਸਾਜਨਾ ਦਿਵਸ ਜਿਹੜਾ ਹੈ ਉਹ ਸਾਜਣ ਦੇ ਲਈ ਵਿਸਾਖੀ ਦਾ ਦਿਨ ਹੀ ਕਿਉਂ ਗੁਰੂ ਸਾਹਿਬ ਨੇ ਚੁਣਿਆ? ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਿਸ਼ਨ ਆਰੰਭ ਕੀਤਾ ਸੀ ਖਾਲਸੇ ਦਾ, ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੈ ਉਹ 15 ਅਪ੍ਰੈਲ 1469 ਨੂੰ ਹੋਇਆ ਸੀ। ਉਦੋਂ ਵਿਸਾਖੀ ਸੀ 15 ਅਪ੍ਰੈਲ ਦੀ। ਉਹੀ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਚੁਣਿਆ ਕਿ ਜਿਸ ਦਿਨ ਮਿਸ਼ਨ ਆਰੰਭ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਸੰਸਾਰ 'ਤੇ ਆਏ ਨੇ, ਤੇ ਖਾਲਸਾ ਜਿਹੜਾ ਇਹਨੂੰ ਕੰਪਲੀਟ ਵੀ ਉਸੇ ਦਿਨ ਹੀ ਕਰਨਾ ਹੈ। ਤੇ ਵਿਸਾਖੀ ਵਾਲੇ ਦਿਨ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਜਿਹੜਾ ਸੀ ਇਹਨੂੰ ਸੰਪੂਰਨ ਕੀਤਾ। ਹਾਂਜੀ। ਸੋ ਜਿਹੜੇ ਸੰਕਲਪ ਦੇ ਨਾਲ ਖਾਲਸਾ ਪੰਥ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਗਈ ਸੀਗੀ, ਉਹਨੂੰ ਸਾਜਿਆ ਗਿਆ ਸੀਗਾ, ਕੀ ਅੱਜ ਉਹ ਸੰਕਲਪ ਜਿਹੜਾ ਉਹ ਪੂਰਾ ਹੋ ਰਿਹਾ? ਅੱਜ ਅਸੀਂ ਸਾਰੇ ਕਿੱਥੇ ਖੜੇ ਹਾਂ? ਬਿਲਕੁਲ ਉਸ ਤੋਂ ਅਜੇ ਬਹੁਤ ਪਿੱਛੇ ਚਲੇ ਗਏ ਹਾਂ। ਸਗੋਂ ਜਿਹੜੀਆਂ ਚੀਜ਼ਾਂ 'ਚੋਂ, ਜਿਸ ਦਲਦਲ ਵਿੱਚੋਂ ਗੁਰੂ ਸਾਹਿਬਾਨਾਂ ਨੇ, ਵੱਖ-ਵੱਖ ਗੁਰੂ ਸਾਹਿਬਾਨਾਂ ਨੇ ਸਾਨੂੰ ਬਾਹਰ ਕੱਢਿਆ ਸੀ, ਕਿਤੇ ਨਾ ਕਿਤੇ ਅਸੀਂ ਫਿਰ ਉਸੇ ਦਲਦਲ ਵਿੱਚ ਜਾ ਕੇ ਡਿੱਗ ਰਹੇ। ਜਿਵੇਂ ਜਾਤ ਪਾਤ ਦੇ ਭਰਮ 'ਚ ਪੈ ਗਏ, ਕਰਮਕਾਂਡਾਂ ਵਿੱਚ ਪੈ ਗਏ, ਦਿਨ ਚੰਗੇ ਮਾੜੇ ਕਿਹੜੇ ਨੇ ਉਹਨਾਂ ਦੇ ਵਿੱਚ ਪੈ ਗਏ। ਇਹਨਾਂ ਚੀਜ਼ਾਂ ਵਿੱਚ ਫਿਰ ਜਾ ਕੇ ਕਿਤੇ ਨਾ ਕਿਤੇ ਡਿੱਗ ਪਏ ਹਾਂ। ਜੇ ਅਸੀਂ ਆਪਣੇ ਘਰ ਵਿੱਚ ਕੋਈ ਕੰਮ ਕਰਨਾ ਹੁੰਦਾ, ਪਹਿਲਾਂ ਕਿਸੇ ਨੂੰ ਪੁੱਛਣ ਜਾਂਦੇ ਹਾਂ ਜੀ ਕਿਹੜਾ ਦਿਨ ਚੰਗਾ ਹੈ, ਸ਼ੁਭ ਹੈ, ਕਿਹੜਾ ਦਿਨ ਨਹੀਂ ਸ਼ੁਭ। ਇਹ ਸਾਰੇ ਇਹਨਾਂ 'ਚੋਂ ਬਾਹਰ ਕੱਢਿਆ ਸੀ। ਖਾਲਸੇ ਦਾ ਮਤਲਬ ਹੁੰਦਾ ਹੈ ਜਿਹੜਾ ਪਿਓਰ ਹੈ, ਖਾਲਸ ਹੈ, ਉਹ ਕਿਸੇ ਹੋਰ ਦੇ ਅਧੀਨ ਨਹੀਂ ਹੈ, ਉਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਬਣਾਵਟ ਨਹੀਂ ਹੈ, ਮਿਲਾਵਟ ਨਹੀਂ ਹੈ, ਉਹ ਬਿਲਕੁਲ ਸ਼ੁੱਧ ਹੈ। ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਫਿਰ ਸਾਡੇ ਵਿੱਚੋਂ ਆ ਗਈਆਂ ਨੇ, ਬਹੁਤ ਪਿੱਛੇ ਚਲੇ ਗਏ ਅਸੀਂ ਫਿਰ। ਤਕਰੀਬਨ ਇਹ ਕਹਿ ਲਈਏ ਕਿ 99% ਅਸੀਂ ਜਿਹੜਾ ਨਾ ਉਹ ਪਿੱਛੇ ਚਲੇ ਗਏ ਹਾਂ। ਤੇ ਅੱਜ ਜਿਹੜਾ ਵਾ ਅਸੀਂ ਬਹੁਤ ਥੱਲੇ ਖੜ੍ਹੇ ਹਾਂ। ਜਿਸ ਮਕਸਦ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਜੀ ਨੇ ਉਹ ਸਾਡੇ ਸਾਹਮਣੇ ਲਿਆਂਦਾ ਸੀ, ਉਸ ਮਕਸਦ ਤੋਂ। ਹਾਂਜੀ। ਯਾਨੀ ਜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਖਾਲਸਾ ਸਾਜਨ ਨੂੰ ਅਡੋਪਟ ਕਿਉਂ ਨਹੀਂ ਕਰ ਪਾ ਰਹੀ? ਉਹਦੇ ਕਾਰਨ ਇਹੀ ਨੇ। ਇੱਕ ਤਾਂ ਇਹਦੇ ਵਿੱਚ ਜਿਸ ਤਰ੍ਹਾਂ ਕਹਿ ਲਓ ਕਿ ਭਰਮ ਬਹੁਤ ਆ ਗਏ, ਕਰਮਕਾਂਡ ਬਹੁਤ ਆ ਗਏ, ਖਾਣ ਪੀਣ ਦੇ ਉੱਤੇ ਸਵਾਲ ਖੜ੍ਹੇ ਹੋ ਗਏ, ਕੱਪੜੇ ਪਹਿਨਣ 'ਤੇ ਸਵਾਲ ਖੜ੍ਹੇ ਹੋ ਗਏ, ਕਿਹੜੇ ਰੰਗ ਦੇ ਪਾਉਣੇ ਕਿਹੜੇ ਦੇ ਨਹੀਂ ਪਾਉਣੇ ਇਹਦੇ 'ਤੇ ਸਵਾਲ ਖੜ੍ਹੇ ਹੋ ਗਏ। ਵੇਸ਼ ਭੂਸ਼ਾ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਣ ਨੂੰ ਤਿਆਰ, ਔਰ ਮੰਨਣੀ ਵੀ ਨਹੀਂ ਚਾਹੀਦੀ। ਕਿਸੇ ਰੰਗ ਦੇ ਵੀ ਤੁਸੀਂ ਕੱਪੜੇ ਪਾਓ ਜਿਹੜੇ ਤੁਹਾਨੂੰ ਸਹੀ ਲੱਗਣ। ਕੀ ਖਾਣਾ ਵਾ ਉਹਦੇ ਗੁਰਬਾਣੀ 'ਚ ਵੀ ਗੁਰੂ ਸਾਹਿਬ ਜੀ ਨੇ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਜਿਹਦੇ ਨਾਲ ਮਨ ਖਰਾਬ ਹੁੰਦਾ ਹੈ, ਸਰੀਰ ਖਰਾਬ ਹੁੰਦਾ, ਉਹ ਨਹੀਂ ਖਾਣਾ, ਉਹ ਨਹੀਂ ਪੀਣਾ। ਇਹਨਾਂ ਚੀਜ਼ਾਂ ਤੋਂ ਦੂਸਰੀ ਚੀਜ਼ ਹੈ ਕਿ ਅਸੀਂ ਆਪਣੀ ਜਿਹੜੀ ਜਨਰੇਸ਼ਨ ਹੈ ਇਹਨੂੰ ਲੌਜਿਕ ਦੇ ਨਾਲ ਸਮਝਾ ਨਹੀਂ ਪਾ ਰਹੇ ਕਿ ਅਸਲ ਵਿੱਚ ਜਿਹੜਾ ਇਹ ਖਾਲਸੇ ਦਾ ਸੰਕਲਪ ਹੈ ਕੀ ਚੀਜ਼ ਹੈ। ਉਹ ਜਿਸ ਤਰੀਕੇ ਦਾ ਅਸੀਂ ਉਹਨਾਂ ਨੂੰ ਦੱਸਦੇ ਹਾਂ, ਤੁਹਾਨੂੰ ਇੰਨੇ ਵਜੇ ਉੱਠਣਾ ਪਏਗਾ, ਫਿਰ ਤੁਹਾਨੂੰ ਨਹਾ ਕੇ ਆਹ ਕੰਮ ਕਰਨਾ ਪਏਗਾ, ਇੰਝ ਕਰਨਾ ਪਏਗਾ, ਉਹ ਡਰਦੇ ਨੇ ਵੀ ਅਸੀਂ ਤਾਂ ਹੋਰ ਬਹੁਤ ਸਾਰੇ ਕੰਮ ਬਾਕੀ ਵੀ ਕਰਨੇ ਨੇ ਅਤੇ ਫਿਰ ਸਾਡੇ ਕੋਲ ਹੋ ਨਹੀਂ ਪਾਉਣਾ, ਅਸੀਂ ਕਿਤੇ ਗੁਨਾਹਗਾਰ ਨਾ ਬਣ ਜਾਈਏ। ਇਹ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਪੈਣਗੀਆਂ ਵੀ ਨਹੀਂ, ਅਸਲ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ
ਭਰਮ ਹੈ, ਉਹਦੇ ਵਿੱਚ ਅਸਲੀਅਤ ਕੀ ਹੈ ਉਹ ਚੀਜ਼ ਸਾਨੂੰ ਸਾਹਮਣੇ ਲਿਆਉਣੀ ਪਵੇਗੀ। ਉਹ ਘਰਾਂ ਤੋਂ ਪਹਿਲਾਂ ਸਾਨੂੰ ਸ਼ੁਰੂ ਕਰਨਾ ਪਏਗਾ, ਫਿਰ ਖਾਸ ਕਰਕੇ ਧਰਮ ਸਥਾਨ ਜਿਹੜੇ ਨੇ ਸਾਡੇ ਉਹਨਾਂ ਵਿੱਚ ਉਹਨਾਂ ਚੀਜ਼ਾਂ ਨੂੰ ਪ੍ਰਚਾਰਨਾ ਪਏਗਾ, ਤਾਂ ਕਿ ਇੱਥੋਂ ਦੇ ਬੱਚਿਆਂ ਨੂੰ ਇਹ ਉਹ ਮਹਿਸੂਸ ਕਰਨ ਕਿ ਇਹ ਤਾਂ ਬਹੁਤ ਵਧੀਆ ਚੀਜ਼ ਹੈ ਔਰ ਇਹ ਚੀਜ਼ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਇਸ ਚੀਜ਼ ਦੀ ਸ਼ੁਰੂਆਤ ਕਿਹਨੇ ਕਰਵਾਉਣੀ ਹੈ? ਪਰਿਵਾਰਕ ਮਾਹੌਲ ਇਸ ਚੀਜ਼ ਦੀ ਸ਼ੁਰੂਆਤ ਕਰਵਾਵੇ ਕਿ ਉਸ ਦੇ ਨਾਲ ਕਿਤੇ ਨਾ ਕਿਤੇ ਉਹ ਧਾਰਮਿਕ ਸਥਾਨ ਜਿੱਥੋਂ ਅਸੀਂ ਸੁਨੇਹੇ ਲੈਣ ਜਾਂਦੇ ਹਾਂ, ਜਿੱਥੇ ਅਸੀਂ ਨਤਮਸਤਕ ਹੋਣ ਲਈ ਜਾਂਦੇ ਹਾਂ, ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਬਦਲਾਵਾਂ ਦੀ ਲੋੜ ਹੈ ਵੀ ਉਹ ਬਦਲਾਅ ਕਰਨ, ਇਹਨਾਂ ਜਨਰੇਸ਼ਨ ਨੂੰ ਨਾਲ ਜੋੜਨ ਦੇ ਲਈ ਕੋਈ ਨਾ ਕੋਈ ਈਜ਼ੀ ਵੇ ਲੱਭਣ, ਕੋਈ ਨਾ ਕੋਈ ਸੈਮੀਨਾਰ ਹੋਣ ਕਿਸੇ ਵੀ ਤਰੀਕੇ ਨਾਲ, ਤਾਂ ਕਿ ਬੱਚੇ ਇੰਟਰਸਟ ਲੈਣ ਉਸ ਚੀਜ਼ ਦੇ ਵਿੱਚ, ਤਾਂ ਉਹਨੂੰ ਅਡਾਪਟ ਕਰਨ ਤੋਂ ਡਰਨ ਨਾ। ਅਸਲ ਵਿੱਚ ਅਸੀਂ 2 ਸਦੀਆਂ ਪਹਿਲਾਂ ਵਾਲਾ ਜਿਹੜਾ ਸਿਸਟਮ ਹੈ ਨਾ ਉਹਨੂੰ ਲੈ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੌਜੂਦਾ ਸਮੇਂ ਦੇ ਮੁਤਾਬਕ ਸਾਨੂੰ ਧਾਰਮਿਕ ਸਥਾਨਾਂ 'ਤੇ ਲੋੜ ਜ਼ਰੂਰੀ ਹੈ ਪ੍ਰਚਾਰ ਕਰਨਾ। ਅੱਜ ਦੀ ਸਾਨੂੰ ਲੈਂਗੁਏਜ ਦੀ ਜ਼ਰੂਰਤ ਹੈ, ਅੱਜ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬਾਂ ਦੀ ਲੋੜ ਹੈ, ਨਾ ਕਿ ਥੋਪਣਾ। ਸਾਡੇ ਵਿੱਚ ਸਿੱਖੀਜ਼ਮ ਵਿੱਚ ਚੀਜ਼ ਹੈ ਹੀ ਨਹੀਂ ਕਿ ਦੂਜੇ ਨੂੰ ਥੋਪੋ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਹਦਾ ਸਬੂਤ ਇੱਕ ਕਿ ਨਹੀਂ, ਜੇ ਧੱਕੇ ਨਾਲ ਤੁਸੀਂ ਕਹੋਗੇ ਵੀ ਜਨੇਊ ਉਤਾਰਨਾ ਤੇ ਇਸ ਚੀਜ਼ ਨੂੰ ਅਸੀਂ ਨਹੀਂ ਐਕਸੈਪਟ ਕਰਨਾ, ਥੋਪਣਾ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਸਾਡੇ ਸਾਹਮਣੇ ਐਗਜ਼ਾਮਪਲ ਹੈ, ਜੇ ਧੱਕੇ ਨਾਲ ਕਹੋਗੇ ਪਾਓ, ਅਸੀਂ ਨਹੀਂ ਪਾਉਣਾ। ਇਹ ਚੀਜ਼ਾਂ ਸਾਨੂੰ ਜਿਹੜੀਆਂ ਸਾਹਮਣੇ ਲਿਆਉਣੀਆਂ ਪੈਣਗੀਆਂ, ਉਹ ਲੌਜਿਕ ਸਾਨੂੰ ਸਾਰੇ ਸਾਹਮਣੇ ਲਿਆਉਣੇ ਪੈਣਗੇ। ਘਰਾਂ ਦਾ ਮਾਹੌਲ ਸਾਡਾ ਐਸਾ ਹੋਵੇ। ਹੁਣ ਸਾਡੇ ਬੱਚਿਆਂ ਨੂੰ ਪਤਾ ਕਿ ਅਸੀਂ ਸਿੱਖ ਹਾਂ, ਕਿਉਂਕਿ ਸਿੱਖਾਂ ਘਰ ਜੰਮੇ ਆ, ਪਰ ਜਦੋਂ ਆਪਣੇ ਮਾਂ ਪਿਓ ਦੀ ਲਾਈਫ ਵੇਖਦੇ ਆ, ਉਹਨਾਂ ਦੀ ਬੋਲਬਾਣੀ ਆਪਸ ਵਿੱਚ ਕਿਸ ਤਰ੍ਹਾਂ ਚੱਲ ਰਹੇ ਨੇ, ਉਹ ਸਾਰਾ ਕੁਝ ਦੇਖਦੇ ਨੇ ਤੇ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਹੁੰਦਾ ਕਿ ਨਹੀਂ, ਇਹ ਚੀਜ਼ਾਂ ਠੀਕ ਨਹੀਂ ਹੈ। ਇਸ ਵਿੱਚ ਜੇ ਸਿੱਖਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੇ ਤੇ ਇਹਦੇ ਨਾਲ ਤੇ ਦੂਸਰੇ ਚੰਗੇ। ਇੱਥੋਂ ਵੈਨਕੂਵਰ ਦੀ ਗੱਲ ਹੈ ਛੋਟੀ ਜੀ, ਉੱਥੇ ਕੁਝ ਲੜਕੀਆਂ ਨੇ ਦੱਸਿਆ, ਕਹਿੰਦੇ ਜੀ ਅਸੀਂ ਗੁਰਦੁਆਰਾ ਸਾਹਿਬ ਬਹੁਤ ਘੱਟ ਆਉਂਦੀਆਂ, ਅਸੀਂ ਚਰਚ ਜਾਂਦੀਆਂ। ਮੈਂ ਕਿਹਾ ਵੀ ਰੀਜ਼ਨ? ਕਹਿੰਦੇ ਜੀ ਉੱਥੇ ਸਾਡੇ ਵੱਲ ਕੋਈ ਨਹੀਂ ਦੇਖਦਾ, ਚਰਚ ਵਿੱਚ ਸਾਰੇ ਆਪੋ ਆਪਣੇ ਜਿਸ ਮਕਸਦ ਲਈ ਆਏ ਨੇ ਪ੍ਰੇਅਰ ਕਰ ਰਹੇ, ਜੋ ਕਰ ਰਹੇ ਨੇ। ਇੱਥੇ ਕੀ ਹੈ? ਕਹਿੰਦੇ ਅਸੀਂ ਮੱਥਾ ਟੇਕ ਕੇ ਉੱਥੇ ਬੈਠਣਾ ਹੁੰਦਾ ਜਿੱਥੇ ਲੇਡੀਜ਼ ਬੈਠੀਆਂ ਨੇ। ਉੱਥੇ ਕੀ ਚਰਚਾ ਚੱਲ ਰਹੀ ਹੁੰਦੀ ਹੈ? ਆਹ ਜਿਹੜੀ ਬੀਬੀ ਮੱਥਾ ਟੇਕਣਾ, ਇਹਨੇ ਸੂਟ ਜਿਹੜਾ ਪਾਇਆ ਨਾ, ਇਹਦੇ 'ਚ ਆਹ ਕਮੀ ਹੈ ਜਾਂ ਇਸ ਤਰ੍ਹਾਂ ਵਾ, ਇਹ ਚੀਜ਼ਾਂ। ਜਾਂ ਲੰਗਰ ਵਿੱਚ ਇਹ ਬੀਬੀ ਦੇ ਸਿਰ ਤੋਂ ਚੁੰਨੀ ਬਾਰ-ਬਾਰ ਸਰਕ ਰਹੀ ਹੈ ਤਾਂ ਉਹਨੂੰ ਟੋਕਾ ਟਕਾਈ। ਜਾਂ ਲੈ ਗੁਰਦੁਆਰੇ ਵਾਲਾ ਮਟਰ ਪਨੀਰ ਬਣਾਇਆ ਹੀ ਨਹੀਂਗਾ, ਅਸੀਂ ਤੇ ਬੱਚਿਆਂ ਨੂੰ ਕਹਿ ਕੇ ਆਏ ਸੀ ਤੁਹਾਨੂੰ ਉੱਥੇ ਮਟਰ ਪਨੀਰ ਖਾਣ ਨੂੰ ਮਿਲੇਗਾ। ਜਿਹੜੀ ਕਿ ਉੱਥੇ ਕੀ ਸਮਝਾਇਆ ਜਾ ਰਿਹਾ, ਉਧਰ ਕਿਸੇ ਦਾ ਧਿਆਨ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ। ਹੁਣ ਜਿਹੜੀਆਂ ਬੱਚੀਆਂ ਸਿਆਣੀਆਂ ਸੀ ਕੋਲ ਬੈਠੀਆਂ, ਜਦੋਂ ਇਹ ਚੀਜ਼ਾਂ ਦੇਖਦੀਆਂ ਨੇ, ਸੁਣਦੀਆਂ ਨੇ, ਉਹ ਕਹਿੰਦੇ ਛੱਡੋ, ਇੱਥੇ ਨਹੀਂ ਅਸੀਂ ਆਉਣਾ। ਇਹ ਕਿਤੇ ਨਾ ਕਿਤੇ ਰੀਜ਼ਨ ਬਣ ਰਹੇ ਆ ਜਿਹੜੇ ਬੱਚੇ ਇਸ ਚੀਜ਼ ਨੂੰ ਨਹੀਂ ਅਪਣਾ ਰਹੇ। ਹਾਂਜੀ, ਕੀ ਸੁਨੇਹਾ ਦੇਣਾ ਚਾਹੋਗੇ ਸਿੰਘ ਸਾਹਿਬ? ਵਿਸਾਖੀ ਦਾ ਮੌਕਾ ਹੈ ਇਸ ਵੇਲੇ ਕੈਨੇਡਾ ਦੇ ਵਿੱਚ, ਉਹ ਕੈਨੇਡੀਅਨ ਜਨਰੇਸ਼ਨ ਬਹੁਤ ਇਹਨਾਂ ਚੀਜ਼ਾਂ ਤੋਂ ਪਿੱਛੇ ਜਾ ਰਹੀ, ਕੀ ਮੈਸੇਜ ਬਹੁਤ ਹੀ ਘੱਟ ਸ਼ਬਦਾਂ 'ਚ ਉਹਨਾਂ ਨੂੰ ਦੇਣਾ ਚਾਹੋਗੇ? ਬਿਲਕੁਲ, ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ, ਸਭ ਤੋਂ ਪਹਿਲਾਂ ਤੇ ਇਸ ਮੁਬਾਰਕ ਹੋਵੇ, ਵਧਾਈ ਹੋਵੇ ਇਸ ਦਿਹਾੜੇ ਦੀ। ਦੂਸਰੀ ਚੀਜ਼ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਮਿਸ਼ਨ ਆਰੰਭ ਕੀਤਾ ਸੀ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਕੰਪਲੀਟ ਕੀਤਾ ਹੈ, ਉਹਦੇ ਲੌਜਿਕ ਨੂੰ ਸਮਝੀਏ। ਜੇ ਨਹੀਂ ਸਮਝ ਆ ਰਹੀ, ਉਹਨਾਂ ਨੂੰ ਕਿਸੇ ਚੰਗੇ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਆਪਾਂ ਜਾਂਦੇ ਹਾਂ, ਉੱਥੇ ਜਾ ਕੇ ਆਪਾਂ ਸਵਾਲ ਕਰਕੇ ਪੁੱਛ ਸਕਦੇ ਹਾਂ, ਜਿਹੜੇ ਉੱਥੋਂ ਦੇ ਗ੍ਰੰਥੀ ਨੇ ਜਾਂ ਜਿਹੜੇ ਵੀ ਆਏ ਹੁੰਦੇ ਨੇ ਭਾਈ ਉੱਥੇ, ਤਾਂ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਪਤਾ ਲੱਗੇ, ਸਾਨੂੰ ਆਪ ਨੂੰ ਵੀ ਪਤਾ ਲੱਗੇ। ਬਹੁਤ ਸਾਰੀਆਂ ਕਈ ਵਾਰ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੇ ਸਾਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦੀਆਂ, ਪਰ ਸਾਡਾ ਫਰਜ਼ ਹੈ। ਸਿੱਖ ਦਾ ਅਰਥ ਹੀ ਹੁੰਦਾ ਕਿ ਉਹਨੇ ਸਿੱਖਣਾ ਹੀ ਸਿੱਖਣਾ ਹੈ, ਹਰ ਵੇਲੇ ਹਰ ਸਮੇਂ ਉਹਨੇ ਸਿੱਖਣਾ ਹੈ ਕੁਝ ਨਾ ਕੁਝ। ਅਤੇ ਆਪਾਂ ਆਪਣੇ ਘਰ ਦਾ ਮਾਹੌਲ ਇਹੋ ਜਿਹਾ ਬਣਾਈਏ ਅਤੇ ਆਪਣੇ ਗੁਰਦੁਆਰੇ ਸਾਹਿਬ ਧਾਰਮਿਕ ਸਥਾਨਾਂ ਦਾ ਮਾਹੌਲ ਇਹੋ ਜਿਹਾ ਹੋਵੇ ਕਿ ਉੱਥੇ ਬੱਚਿਆਂ ਵਾਸਤੇ ਕੋਈ ਨਾ ਕੋਈ ਪ੍ਰਬੰਧ ਹੋਵੇ। ਹੁਣ ਆਮ ਗੁਰਦੁਆਰਿਆਂ ਵਿੱਚ ਮੈਂ ਨਹੀਂ ਕਿਤੇ ਦੇਖਿਆ ਕਿ ਬੱਚਿਆਂ ਵਾਸਤੇ ਕੋਈ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਜਾ ਰਿਹਾ। ਉੱਥੇ ਉਹੀ ਜਿਹੜੇ 50-60 ਸਾਲ ਤੋਂ ਉੱਪਰ ਦੀ ਏਜ ਵਾਲੇ ਉਹੀ ਸੁਣ ਰਹੇ ਆ, ਉਹੀ ਮੱਥਾ ਟੇਕਣ ਆ ਰਹੇ ਆ। ਬੱਚਿਆਂ ਵਾਸਤੇ ਉਸ ਤਰੀਕੇ ਦਾ ਸੈਮੀਨਾਰ ਹੋਵੇ, ਬੱਚਿਆਂ ਵਾਸਤੇ ਉਸ ਤਰੀਕੇ ਦੇ ਨਾਲ ਦੀ ਲੈਂਗੁਏਜ ਹੋਵੇ। ਬੇਸ਼ੱਕ ਉਹ ਅਸੀਂ ਕੰਪਿਊਟਰ 'ਤੇ ਉੱਥੇ ਸਕਰੀਨ ਲਗਾਈ ਹੋਵੇ, ਉਹਦੇ ਰਾਹੀਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅੱਜ ਗੁਰਦੁਆਰਾ ਸਾਹਿਬ ਵਿੱਚ ਐਡ ਕਰਨ ਦੀ ਲੋੜ ਹੈ। ਦੰਦਾਂ ਦੀ ਦੇਖਭਾਲ ਬਹੁਤ ਹੀ ਜ਼ਰੂਰੀ ਮੁੱਦਾ ਹੈ ਤੇ ਬਹੁਤ ਹੀ ਮਹਿੰਗਾ ਵੀ। ਇਸ ਲਈ ਫੈਡਰਲ ਸਰਕਾਰ ਦਾ ਜਦੋਂ ਬਜਟ ਆਇਆ ਤਾਂ ਕਾਫੀ ਜ਼ਿਆਦਾ ਉਮੀਦ ਲੱਗ ਰਹੀ ਸੀ, ਤੇ ਹੁਣ ਇਹ ਸਵਾਲ ਹੈ ਕਿ ਕੀ ਹੁਣ ਤੋਂ ਜਿਹੜੀ ਦੰਦਾਂ ਦੀ ਦੇਖਭਾਲ ਕਰਨੀ ਹੈ ਉਹ ਸਸਤੀ ਹੋਵੇਗੀ? ਕਿਹੜੀ ਉਮਰ ਦੇ ਲੋਕ ਇਸ ਸਸਤੀ ਵਾਲੀ ਕੈਟਾਗਰੀ ਦੇ ਵਿੱਚ ਸ਼ਾਮਿਲ ਹੋਣਗੇ? ਇਸ ਸੰਬੰਧੀ ਗੱਲਬਾਤ ਕੀਤੀ ਸ਼ਾਈਨ ਡੈਂਟਲ ਕਲੀਨਿਕ ਦੇ ਜਿਹੜੇ ਡਾਕਟਰ ਨੇ ਸਤਪ੍ਰੀਤ ਸਿੰਘ, ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ। ਆਓ ਦੇਖਦੇ ਹਾਂ ਡਾਕਟਰ ਸਤਪ੍ਰੀਤ ਦਾ ਇਸ ਸੰਬੰਧੀ ਕੀ ਕੁਝ ਕਹਿਣਾ ਹੈ। ਇਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਡੈਂਟਲ ਕੇਅਰ ਦਾ। ਡੈਂਟਲ ਕੇਅਰ ਨੂੰ ਲੈ ਕੇ
ਜਿੰਨੇ ਜ਼ਿਆਦਾ ਖਰਚੇ ਨੇ ਸਭ ਤੋਂ ਜ਼ਿਆਦਾ ਮਹਿੰਗੀ ਹੈ ਇਸ ਵੇਲੇ ਜਿਹੜੀ ਹੈ ਉਹ ਡੈਂਟਲ ਕੇਅਰ ਬਣੀ ਹੋਈ ਹੈ, ਜਿਸ ਨੂੰ ਲੈ ਕੇ ਫੈਡਰਲ ਸਰਕਾਰ ਦਾ ਬਜਟ ਤਾਂ ਆ ਗਿਆ, ਜਿਸ ਵਿੱਚ ਫੈਡਰਲ ਸਰਕਾਰ ਨੇ ਇਹ ਗੱਲ ਕਬੂਲੀ ਵੀ ਹੈ ਕਿ ਹੁਣ ਡੈਂਟਲ ਕੇਅਰ ਨੂੰ ਕਾਫੀ ਜ਼ਿਆਦਾ ਜਿਹੜਾ ਸਟਰੋਂਗ ਕੀਤਾ ਜਾਏਗਾ ਤੇ ਇਹਦੇ ਵਿੱਚ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਹੋਏਗਾ। ਆਮ ਜਨਤਾ ਨੂੰ ਕਿੰਨਾ ਕੁ ਫਾਇਦਾ ਹੋਏਗਾ, ਕਿਹੜੀ ਕਿਹੜੀ ਕੈਟਾਗਰੀ ਇਸ ਦੇ ਵਿੱਚ ਸ਼ਾਮਿਲ ਹੋਏਗੀ, ਕਿਹੜਾ ਏਜ ਗਰੁੱਪ ਸ਼ਾਮਿਲ ਹੋਏਗਾ ਜਿਨ੍ਹਾਂ ਨੂੰ ਇਸ ਡੈਂਟਲ ਕੇਅਰ ਦਾ ਫਾਇਦਾ ਹੋਏਗਾ, ਇਹ ਜਾਣਨ ਦੇ ਲਈ ਅਸੀਂ ਪਹੁੰਚੇ ਹੋਏ ਹਾਂ ਸਰੀ ਦੇ ਵਿੱਚ ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਤੇ, ਜਿੱਥੇ ਸਾਡੇ ਨਾਲ ਡਾਕਟਰ ਸਤਪ੍ਰੀਤ ਸਿੰਘ ਜੀ ਜੁੜਨ ਜਾ ਰਹੇ ਨੇ। ਉਹਨਾਂ ਤੋਂ ਅਸੀਂ ਪ੍ਰੋਪਰ ਜਾਣਦੇ ਹਾਂ ਕਿ ਇਸ ਬਜਟ ਦਾ, ਇਸ ਡੈਂਟਲ ਕੇਅਰ ਦੇ ਲਈ ਖਾਸ ਤੌਰ ਤੇ ਜਿਹੜਾ ਬਜਟ ਲਿਆਂਦਾ ਉਹਦਾ ਆਮ ਲੋਕਾਂ ਨੂੰ ਫਾਇਦਾ ਕੀ ਹੋਏਗਾ। ਡਾਕਟਰ ਸਤਪ੍ਰੀਤ ਸਿੰਘ ਜੀ, ਇਹ ਸਭ ਤੋਂ ਵੱਡੀ ਖਬਰ ਹੈ ਜਿਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਇਹ ਦੱਸੋ ਕਿ ਫੈਡਰਲ ਸਰਕਾਰ ਦੇ ਵੱਲੋਂ ਬੇਸ਼ੱਕ ਕਿਹਾ ਜਾ ਰਿਹਾ ਵੀ ਡੈਂਟਲ ਕੇਅਰ ਨੂੰ ਬਹੁਤ ਜ਼ਿਆਦਾ ਹੁਲਾਰਾ ਮਿਲੇਗਾ, ਲੋਕੀ ਕੰਫਰਟੇਬਲ ਹੋ ਜਾਣਗੇ, ਇਹ ਫੈਡਰਲ ਸਰਕਾਰ ਦਾ ਬਜਟ ਕਿੰਨਾ ਕੁ ਕਿਫਾਇਤੀ ਹੈ ਲੋਕਾਂ ਲਈ ਤੇ ਕਿੰਨਾ ਕੁ ਸਸਤਾ ਹੈ? ਡੈਫੀਨੇਟਲੀ ਇੱਕ ਸ਼ਲਾਘਾਯੋਗ ਕਦਮ ਹੈ। ਅਸੀਂ ਖੁਸ਼ ਹੈਗੇ ਹਾਂ ਜਿਹੜੇ ਪਲਾਨ ਇੰਕਲੂਡ ਕੀਤਾ ਗਿਆ, ਬਟ ਬਹੁਤ ਸਾਰੇ ਅਨਨੋਨਸ ਨੇ ਅਜੇ ਵੀ ਜੋ ਕਿ ਗਵਰਨਮੈਂਟ ਨੂੰ ਕਲੈਰੀਫਾਈ ਕਰਨ ਦੀ ਲੋੜ ਹੈ ਕਿ ਹੌਲੀ ਹੌਲੀ ਹੋਣਗੇ। ਅਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਮਿਲਦੇ ਹਾਂ, ਐਵਰੀ ਡੇ ਸਾਡੇ ਕੋਲੇ ਪੇਸ਼ੈਂਟਸ ਆਉਂਦੇ ਆ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ ਡੈਂਟਲ ਕੇਅਰ। ਡੈਂਟਲ ਕੇਅਰ ਇਜ਼ ਐਕਸਪੈਂਸਿਵ। ਅਬਾਊਟ 30 ਤੋਂ 40% ਲੋਕਾਂ ਕੋਲੇ ਡੈਂਟਲ ਕਵਰੇਜ ਨਹੀਂ ਹੈਗੀ ਐਂਡ ਦੇ ਐਂਡ ਅਪ ਪੇਇੰਗ ਫਰਮ ਦਾ ਪਾਕਟ, ਵਿਚ ਇਜ਼ ਨਾਰਮਲ ਬੰਦੇ ਲਈ ਔਖਾ ਹੋ ਜਾਂਦਾ ਕਈ ਵਾਰੀ ਜਦੋਂ ਬਿੱਲ ਐਡ ਹੋਏ ਬਹੁਤ ਜ਼ਿਆਦਾ ਹੋ ਜਾਂਦਾ। ਬਟ ਜਿਹੜਾ ਗਵਰਨਮੈਂਟ ਵੱਲੋਂ ਪਲਾਨ ਆਇਆ ਹੈਗਾ ਉਹਦੇ ਵਿੱਚ ਅਜੇ ਤੇ ਹੈਗਾ ਕਿ ਇਸ ਸਾਲ ਦੇ ਐਂਡ ਤੱਕ 12 ਸਾਲ ਤੋਂ ਘੱਟ ਦੇ ਬੱਚਿਆਂ ਲਈ ਐਕਟਿਵ ਹੋਏਗੀ ਕਵਰੇਜ, ਅਗਲੇ ਸਾਲ ਤੋਂ ਫਿਰ 18 ਸਾਲ ਤੱਕ ਤੇ ਸੀਨੀਅਰਸ ਤੇ 2025 ਤੱਕ ਉਹ ਬਾਕੀ ਸਾਰਿਆਂ ਲਈ ਕਵਰੇਜ ਐਕਟਿਵ ਹੋਣ ਦੀ ਉਮੀਦ ਹੈਗੀ ਹੈ। ਵਧੀਆ ਕਦਮ ਹੈ, ਬਟ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਅਜੇ ਕਲੀਅਰ ਨਹੀਂ ਹੈਗੀਆਂ। ਐਨਡੀਪੀ ਦੇ ਨਾਲ ਪਹਿਲਾਂ ਤੋਂ ਹੀ ਸਮਝੌਤਾ ਕਰਕੇ ਵੀ ਗੱਲ ਕਹੀ ਗਈ ਸੀ 2025 ਤੱਕ ਦਾ ਜਿਹੜਾ ਸਮਝੌਤਾ ਹੋਇਆ, ਕਿ ਡੈਂਟਿਸਟ ਉਸ ਸਮਝੌਤੇ ਬਾਰੇ ਜਾਣਦੇ ਨੇ ਕਿ ਉਸ ਸਮਝੌਤੇ ਨਾਲ ਕੀ ਫਾਇਦਾ ਹੋਏਗਾ, ਕੀ ਉਹਦਾ ਨੁਕਸਾਨ ਹੈ, ਜਾਂ ਫਿਰ ਠੀਕ ਹੈ ਉਹ ਸਮਝੌਤਾ ਹੋਣਾ ਵਧੀਆ ਰਹਿ ਸਕਦਾ ਲੋਕਾਂ ਲਈ ਵੀ ਤੇ ਡਾਕਟਰਾਂ ਦੇ ਲਈ ਵੀ? ਨਹੀਂ, ਸਮਝੌਤਾ ਤੇ ਵਧੀਆ ਹੈਗਾ, ਬਟ ਸਾਨੂੰ ਅਜੇ ਇਹ ਨਹੀਂ ਪਤਾ ਕਿ ਕਵਰੇਜ ਕੀ ਹੋਣੀ ਹੈ, ਕਿੱਦਾਂ ਹੋਣਾ, ਬਟ ਡੈਫੀਨੇਟਲੀ ਕੁਝ ਬੈਨੀਫਿਟ ਤੇ ਹੋਏਗਾ। ਜਿਵੇਂ ਸਾਡੀ ਪੀਸੀ ਗਵਰਨਮੈਂਟ ਦਾ ਪਹਿਲੀ ਇੱਕ ਪਲਾਨ ਹੈਗਾ ਜਿਹੜੇ ਕਿ ਲੋ ਇਨਕਮ ਲੋਕਾਂ ਲਈ ਜਾਂ ਫਿਰ ਡਿਸੇਬਿਲਿਟੀ ਤੇ ਜਿਹੜੇ ਕਵਰੇਜ ਤੇ ਹੈਗੇ ਆ ਉਹਨਾਂ ਨੂੰ ਹੈਲਥ ਕੇਅਰ ਕਵਰੇਜ ਪ੍ਰੋਵਾਈਡ ਕਰਦੇ ਆ, ਡੈਂਟਲ ਕਵਰੇਜ ਪ੍ਰੋਵਾਈਡ ਕਰਦੇ ਆ, ਬਟ ਉਹ ਫੀ ਗਾਈਡ ਬਹੁਤ ਲੋ ਹੈਗੀ ਆ। ਉਹ ਜਿਹੜੇ ਨਾਰਮਲ ਇੰਸ਼ੋਰੈਂਸ ਕੰਪਨੀ ਜਿੰਨਾ ਪੇ ਕਰਦੀ ਅਰਾਊਂਡ 50% ਤੱਕ ਸਿਰਫ ਪੇ ਕਰਦੇ ਆ। ਸੋ ਬਹੁਤ ਸਾਰੇ ਡੈਂਟਿਸਟ ਉਹ ਵਾਲੇ ਪੇਸ਼ੈਂਟਸ ਨੂੰ ਅਸੈਪਟ ਨਹੀਂ ਕਰਦੇ। ਸੋ ਫੈਡਰਲ ਗਵਰਨਮੈਂਟ ਨੂੰ ਇਹ ਰੱਖਣਾ ਬਹੁਤ ਜ਼ਰੂਰੀ ਹੈ ਕਿ ਫੀ ਗਾਈਡ ਥੋੜੀ ਬੈਟਰ ਹੋਵੇ ਤਾਂ ਕਿ ਨਾਰਮਲ ਬੰਦੇ ਨੂੰ ਕੋਈ ਫਾਇਦਾ ਪਹੁੰਚ ਸਕੇ, ਨਹੀਂ ਤੇ ਫਿਰ ਦੇ ਵਿਲ ਐਂਡ ਅਪ ਉਹਨੂੰ ਆਪਣੀ ਪਾਕਟ 'ਚ ਫਿਰ ਵੀ ਕੁਝ ਦੇਣਾ ਪੈ ਸਕਦਾ। ਬਟ ਡੈਫੀਨੇਟਲੀ ਨਾਰਮਲ ਬੰਦੇ ਨੂੰ ਫਾਇਦਾ ਹੋਏਗਾ, ਇਹ ਜ਼ਰੂਰੀ ਹੈ। ਡੈਂਟਲ ਕੇਅਰ ਇਜ਼ ਵੈਰੀ ਇੰਪੋਰਟੈਂਟ। ਅਸੀਂ ਦੇਖਦੇ ਹਾਂ ਡੈਂਟਲ ਕੇਅਰ ਜਿਹੜੀ ਹੈ ਓਵਰਆਲ ਹੈਲਥ ਨਾਲ ਬਹੁਤ ਜ਼ਰੂਰੀ ਹੈ। ਜਿਹਦੇ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਉਹ ਲੋਕ ਜਿਹੜੇ ਆ ਐਮਰਜੈਂਸੀ 'ਚ ਐਂਡ ਅਪ ਕਰਦੇ ਨੇ। ਜਦੋਂ ਐਮਰਜੈਂਸੀਜ਼ ਐਂਡ ਅਪ ਕਰਦੇ ਉੱਥੇ ਵੇਟ ਟਾਈਮ ਇੰਕਰੀਜ਼ ਹੁੰਦਾ। ਉਹ ਹੁੰਦਾ ਕਿ ਦੰਦ ਦੀ ਪੇਨ ਹੁੰਦੀ ਜੋ ਕਿ ਡੈਂਟਲ ਕਲੀਨਿਕ ਦੇ ਵਿੱਚ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ। ਜਦੋਂ ਨਹੀਂ ਹੁੰਦਾ ਉਹ ਐਮਰਜੈਂਸੀ ਜਾਂਦੇ ਨੇ। ਉਹ ਇਹ ਫੈਸਲੇ ਦਾ ਨਾ ਸਿਰਫ ਲੋਕਾਂ ਦੀ ਡੈਂਟਲ ਹੈਲਥ ਨੇ ਬਟ ਓਵਰਆਲ ਹੈਲਥ ਤੇ ਵੀ ਬਹੁਤ ਫਰਕ ਪਏਗਾ। ਜੀ, ਜਿਹੜੇ ਲੋ ਐਂਡ ਮਿਡਲ ਇਨਕਮ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਹੈ ਡੈਂਟਲ ਕੇਅਰ ਦੇ ਵਿੱਚ ਕਿਵੇਂ ਦਾ ਬਦਲਾਅ ਜਿਹੜਾ ਇਸ ਫੈਸਲੇ ਦੇ ਨਾਲ ਆਏਗਾ, ਕਿ ਉਹਨਾਂ ਨੂੰ ਕੋਈ ਫਾਇਦਾ ਹੈ ਇਸ ਵਿੱਚ? ਹਾਂਜੀ, ਡੈਫੀਨੇਟਲੀ ਫਾਇਦਾ ਤੇ ਹੈਗਾ। ਇੰਸ਼ੋਰੈਂਸ ਕਵਰਡ ਹੋਏਗਾ, ਉਹਨਾਂ ਨੂੰ ਆਪਣੇ ਪਾਕਟ 'ਚ ਨਹੀਂ ਕੁਝ ਪੇ ਕਰਨਾ ਪਏਗਾ। ਜਿਵੇਂ ਐਕਸਟ੍ਰੈਕਸ਼ਨ ਹੈ, ਨਾਰਮਲ ਦੰਦ ਕਢਾਉਣ ਦੀ ਫੀਸ ਹੀ ਬਹੁਤ ਜ਼ਿਆਦਾ ਪੈ ਜਾਂਦੀ ਕਈ ਵਾਰੀ। ਨਾਰਮਲ ਬੰਦਾ ਜਿਹੜਾ ਕਿ ਮਿਨੀਮਮ ਵੇਜ ਤੇ ਕੰਮ ਕਰਦਾ ਅਫੋਰਡ ਨਹੀਂ ਕਰ ਸਕਦਾ। ਸੋ ਡੈਫੀਨੇਟਲੀ ਫਾਇਦਾ ਹੋਏਗਾ ਐਂਡ ਇਹ ਜ਼ਰੂਰੀ ਕਦਮ ਹੈ। ਬਟ ਇਹਦੇ ਵਿੱਚ ਹੁਣ ਸਾਨੂੰ ਕਲੀਅਰ ਨਹੀਂ ਹੈਗਾ। ਜਦੋਂ ਜ਼ਿਆਦਾ ਕਲੈਰਿਟੀ ਹੋਏਗੀ ਅਸੀਂ ਜ਼ਿਆਦਾ ਬੈਟਰ ਕਮੈਂਟ ਕਰ ਸਕਦੇ ਹਾਂ। ਜੀ, ਡੈਂਟਲ ਪਲਾਨ ਦੇ ਵਿੱਚ ਕਵਰ ਕੀ ਹੋਏਗਾ ਸਤਪ੍ਰੀਤ ਜੀ, ਔਰ ਖਾਸ ਤੌਰ ਦੇ ਉੱਤੇ ਏਜ ਗਰੁੱਪ ਦਾ ਸਾਨੂੰ ਥੋੜਾ ਜਿਹਾ ਦੱਸੋ, ਕਿਹੜੇ ਏਜ ਗਰੁੱਪ? ਕਿਉਂਕਿ ਥੋੜੇ ਜਿਹੇ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੂੰ ਏਜ ਗਰੁੱਪ ਬਾਰੇ ਹਜੇ ਪਤਾ ਨਹੀਂ ਚੱਲ ਰਿਹਾ। ਹਰ ਕੋਈ ਪੁੱਛ ਰਿਹਾ ਕਿ ਪਤਾ ਨਹੀਂ ਅਸੀਂ ਇਸ ਦੇ ਵਿੱਚ ਸ਼ਾਮਿਲ ਹਾਂ ਜਾਂ ਨਹੀਂ। ਸੋ ਆਈ ਥਿੰਕ ਡਾਕਟਰ ਸਤਪ੍ਰੀਤ ਜੀ ਤੁਸੀਂ ਇਸ ਸੰਬੰਧੀ ਬੈਟਰ ਸਮਝਾ ਸਕਦੇ ਹੋ। ਸਾਡੇ ਕੋਲ ਰੈਡੀ ਪੇਸ਼ੈਂਟਸ ਦੇ ਫੋਨ ਆਉਂਦੇ ਆ ਕਿ ਡਾਕਟਰ ਸਾਹਿਬ ਕਵਰੇਜ ਤੇ ਸ਼ੁਰੂ ਹੋ ਗਈ, ਕੰਮ ਕਰ ਦਿਓ, ਬਟ ਅਜੇ ਕਵਰੇਜ ਸ਼ੁਰੂ ਨਹੀਂ ਹੋਈ। ਇਸ ਸਾਲ ਦੇ ਐਂਡ ਤੱਕ ਯਾਨੀ ਕਿ 2022 ਦੇ ਐਂਡ ਤੱਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕਵਰੇਜ ਐਕਟਿਵ ਹੋਏਗੀ। ਉਹਦੇ 'ਚ ਗਵਰਨਮੈਂਟ ਨੇ ਕੈਪ ਲਗਾਇਆ ਕਿ ਫੈਮਿਲੀ ਇਨਕਮ $90,000 ਤੱਕ ਹੋਣੀ ਚਾਹੀਦੀ ਹੈ। ਉਹ ਤੋਂ ਉੱਤੇ ਕਵਰਡ ਨਹੀਂ ਹੋਣਾ। ਤੇ ਸੈਕਿੰਡ ਥਿੰਗ ਇਹ ਵੀ ਹੈਗਾ ਜਿਹਦੀ ਇਨਕਮ $70,000 ਤੋਂ ਘੱਟ ਹੈਗੀ ਹੈ ਉਹਨੂੰ ਕੋ ਪੇ ਨਹੀਂ ਦੇਣੀ ਪਏਗੀ। ਜਿਵੇਂ ਕੋਈ ਇੰਸ਼ੋਰੈਂਸ 80% 90% ਕਵਰ ਕਰਦੀ ਹੈ, ਬਾਕੀ ਮੋਸਟ ਲਾਈਕਲੀ ਜੋ ਕੋ ਪੇ ਦਾ ਮਤਲਬ ਹੁੰਦਾ ਉਹਨਾਂ ਨੂੰ ਨਹੀਂ ਪੇ ਕਰਨਾ ਪਊਗਾ। ਅਗਲੇ ਸਾਲ ਤੋਂ ਯਾਨੀ ਕਿ 2023 ਐਂਡ ਤੱਕ ਜਿਹੜਾ ਹੈਗਾ 18 ਸਾਲ ਦੀ ਉਮਰ ਤੱਕ ਜਿਹੜੇ ਡਿਸੇਬਿਲਿਟੀ ਤੇ ਲੋਕ ਨੇ ਤੇ ਸੀਨੀਅਰਸ ਨੇ ਉਹ ਕਵਰਡ ਹੋਣਗੇ। ਤੇ 2025 ਤੱਕ ਫੁੱਲ ਇੰਪਲੀਮੈਂਟੇਸ਼ਨ ਹੋਏਗੀ ਜਿਸ 'ਚ ਹਰ ਕੋਈ ਕਵਰਡ ਹੋਏਗਾ, ਬਟ 90,000 ਇਨਕਮ ਤੋਂ
ਫੈਮਿਲੀ ਇਨਕਮ ਤੋਂ ਥੱਲੇ ਵਾਲੇ। ਬਟ ਕੀ ਕਵਰ ਹੋਏਗਾ ਵੀ ਡੋਂਟ ਹੈਵ ਐਨੀ ਆਈਡੀਆ, ਕੋਈ ਕਲੈਰਿਟੀ ਨਹੀਂ ਹੈਗੀ ਹੈ, ਉਹਦਾ ਅਜੇ ਡਿਟੇਲਸ ਨਹੀਂ ਆਈਆਂ। ਕੀ ਲੱਗਦਾ ਹੈ ਕਦੋਂ ਤੱਕ ਤੁਹਾਡੇ ਕੋਲ ਡਿਟੇਲ ਪਹੁੰਚ ਸਕਦੀਆਂ ਨੇ? ਜਦੋਂ ਗਵਰਨਮੈਂਟ ਤੇ ਡਿਪੈਂਡ ਕਰਦਾ, ਹੋਪਫੁਲੀ 1-2-3 ਮਹੀਨੇ ਤੱਕ ਤੇ ਹੋ ਜਾਣਾ ਚਾਹੀਦਾ। ਜੇ ਸਾਲ ਦੇ ਐਂਡ ਤੱਕ ਕਵਰੇਜ ਐਕਟਿਵ ਹੋਣੀ ਹੈ ਤੇ ਉਸ ਤੋਂ ਪਹਿਲੇ ਤੱਕ 2-3 ਮਹੀਨੇ ਤੱਕ ਮਤਲਬ ਜੁਲਾਈ ਅਗਸਤ ਤੱਕ ਹੋਪਫੁਲੀ ਡਿਟੇਲਸ ਆ ਜਾਣੀਆਂ ਚਾਹੀਦੀਆਂ। ਇੱਕ ਡੈਂਟਿਸਟ ਇਸ ਗੱਲ ਨੂੰ ਬਿਹਤਰ ਜਾਣਦੇ ਹੋਣਗੇ ਕਿ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਹੈ ਕੀ ਉਹ ਸਿਰਫ ਕਾਗਜ਼ੀ ਫੈਸਲਾ ਹੈ, ਲੋਕਾਂ ਨੂੰ ਕੁਝ ਸਮੇਂ ਲਈ ਰਾਹਤ ਦੇਣ ਵਾਲਾ ਫੈਸਲਾ ਹੈ, ਜਾਂ ਫਿਰ ਵਾਕਈ ਲੰਬੇ ਸਮੇਂ ਤੱਕ ਇਸ ਦੇ ਫਾਇਦੇ ਜਿਹੜੇ ਨੇ ਉਹ ਦਿਖਾਈ ਦੇਣਗੇ? ਅਸੀਂ ਉਮੀਦ ਤੇ ਇਹੀ ਕਰਾਂਗੇ ਕਿ ਲੰਬੇ ਸਮੇਂ ਤੱਕ ਹੋਏ। ਜਿੱਥੋਂ ਤੱਕ ਅਜੇ ਤੱਕ ਲੱਗ ਰਿਹਾ ਗਵਰਨਮੈਂਟ ਦੀ ਇੰਟੈਂਟ ਅੱਛੀ ਹੈਗੀ ਹੈ। ਬਜਟ ਅਪਰੂਵ ਹੋ ਚੁੱਕਾ ਹੈਗਾ। ਬਜਟ ਪੇਸ਼ ਥੋੜੇ ਦਿਨ ਪਹਿਲੇ ਹੋਇਆ ਸੀਗਾ, ਫੈਡਰਲ ਬਜਟ, ਉਹ ਅਪਰੂਵ ਹੋ ਚੁੱਕਾ ਹੈ, ਉਹ ਪਾਸ ਹੋ ਚੁੱਕਾ ਹੈ। ਕੁਛ ਆਈ ਥਿੰਕ $3.5 ਬਿਲੀਅਨ ਆਲਰੇਡੀ ਡੈਂਟਲ ਕੇ ਲਈ ਅਪਰੂਵ ਹੋ ਚੁੱਕਿਆ ਹੈ। ਸੋ ਇੰਟੈਂਟ ਵਧੀਆ ਹੈਗੀ ਐਂਡ ਵੀ ਹੋਪ ਕਿ ਇਹ ਅੱਗੇ ਕੰਟੀਨਿਊ ਰਹੇਗਾ ਐਂਡ ਰਹਿਣਾ ਚਾਹੀਦਾ ਵੀ ਹੈ। ਬਿਲਕੁਲ। ਬਜ਼ੁਰਗਾਂ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਹੁੰਦੀਆਂ ਨੇ ਸਤਪ੍ਰੀਤ ਜੀ, ਉਹ ਕਹਿੰਦੇ ਕਿ ਸਾਨੂੰ ਇੱਕ ਦੰਦ ਕਢਾਉਣਾ ਜਿਹੜਾ ਹੈ ਉਹੀ ਇੰਨਾ ਮਹਿੰਗਾ ਪੈ ਜਾਂਦਾ ਹੈ, ਫਿਰ ਉਹਨਾਂ ਨੂੰ ਇੰਡੀਆ ਜਾਣਾ ਪੈਂਦਾ ਹੈ। ਇੰਡੀਆ ਜਾ ਕੇ ਉਹ ਕਰਵਾ ਕੇ ਆਉਂਦੇ ਨੇ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਦੇ ਪੈਸੇ ਖਰਚ ਹੁੰਦੇ ਨੇ ਵਿਚਾਰਿਆਂ ਦੇ। ਸੋ ਕੀ ਹੁਣ ਉਹਨਾਂ ਨੂੰ ਬੈਨੀਫਿਟ ਮਿਲੇਗਾ ਇਹਦੇ ਵਿੱਚ? ਕਿਉਂਕਿ ਬਹੁਤ ਸਾਰੇ ਚਾਹੇ ਉਹ ਵਿਜ਼ਟਰ ਆਉਂਦੇ ਨੇ ਜਾਂ ਵਰਕ ਪਰਮਿਟ ਦੇ ਉੱਤੇ ਜਾਂ PR ਵਾਲੇ ਨੇ ਜਾਂ ਫਿਰ ਸਿਟੀਜ਼ਨ ਨੇ, ਸਾਰਿਆਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ? ਵਿਜ਼ਿਟਰ ਮੈਨੂੰ ਨਹੀਂ ਲੱਗਦਾ ਵਿਜ਼ਿਟਰ ਨੂੰ ਫਾਇਦਾ ਮਿਲੂਗਾ ਹੁਣ, ਕਿਉਂਕਿ ਆਲਰੇਡੀ ਜਿਹੜਾ ਮੈਡੀਕਲ ਪਲਾਨ ਹੈਗਾ, ਜਿਵੇਂ MSP ਪਲਾਨ ਹੈ BC ਗਵਰਨਮੈਂਟ ਦਾ, ਉਹ ਵਿਜ਼ਿਟਰ ਕਵਰ ਨਹੀਂ ਕਰਦਾ। ਬਟ ਜਿਹਦੇ ਕੋਈ ਹੈਲਥ ਨੰਬਰ ਹੁੰਦਾ ਉਹ ਕਵਰਡ ਹੋਏਗਾ। ਸੋ ਇਹਦੇ ਅਕੋਰਡਿੰਗਲੀ ਸਟੂਡੈਂਟਸ ਐਂਡ ਵਰਕ ਪਰਮਿਟ ਵਾਲੇ, PR ਤਾਂ ਓਬਵੀਅਸਲੀ ਸਿਟੀਜ਼ਨਸ ਅਪਰੂਵ ਹੋਣੇ, ਕਵਰ ਹੋਣੇ ਚਾਹੀਦੇ ਆ। ਬਟ ਆਈ ਡੋਂਟ ਥਿੰਕ ਵਿਜ਼ਿਟਰ ਕਵਰਡ ਨਹੀਂ ਹੋਣੇ। ਤੇ ਇਹਨਾਂ ਨੂੰ ਆਈ ਥਿੰਕ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਲੋੜ ਉਹਨਾਂ ਨੂੰ ਹੈਗੀ ਹੈ। ਸਾਰੀ ਉਮਰ ਜਿਨ੍ਹਾਂ ਨੇ ਕੰਮ ਕੀਤਾ, ਟੈਕਸ ਪੇ ਕੀਤੇ, ਆਪਣੀ ਉਹ ਫੈਮਿਲੀ ਤੇ ਰਿਲਾਈ ਕਰਨਾ ਨਹੀਂ ਵੀ ਚਾਹੁੰਦੇ ਕਈ ਵਾਰੀ ਇੰਡੀਆ ਛੱਡ ਕੇ ਆਏ ਨੇ, ਉਹ ਆਪਣੇ ਬੱਚਿਆਂ ਤੇ ਬੋਝ ਵੀ ਨਹੀਂ ਪਾਉਣਾ ਚਾਹੁੰਦੇ। ਅਸੀਂ ਬਹੁਤ ਵਾਰੀ ਦੇਖਦੇ ਹਾਂ ਕਈ ਪੇਰੈਂਟਸ ਆਉਂਦੇ, ਉਹ ਸਿਰਫ ਇਸ ਕਰਕੇ ਕੰਮ ਨਹੀਂ ਕਰਾਉਂਦੇ ਕਿ ਮੇਰੇ ਬੱਚੇ ਤੇ ਬੋਝ ਪਊਗਾ, ਮੇਰੇ ਮੁੰਡੇ ਕੁੜੀ ਤੇ ਬੋਝ ਪਊਗਾ, ਉਹ ਨਹੀਂ ਚਾਹੁੰਦੇ। ਸੋ ਆਪਣੀ ਡੈਂਟਲ ਹੈਲਥ ਨੂੰ ਨਿਗਲੈਕਟ ਕਰਦੇ ਆ। ਉਹ ਕਈ ਵਾਰੀ ਇਨਫੈਕਸ਼ਨ, ਸਵੈਲਿੰਗ, ਬਹੁਤ ਕੁਝ ਪ੍ਰੋਬਲਮਸ ਆ ਸਕਦੀਆਂ। ਬਟ ਹੁਣ ਜੇ ਇਹ ਕਵਰਡ ਹੋਏਗਾ, ਇੱਕ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਸੀ ਮੈਂ, ਓਰਲ ਹੈਲਥ ਔਰ ਜਿਹੜੀ ਓਰਲ ਹੈਲਥ ਆ, ਓਵਰਆਲ ਹੈਲਥ ਨਾਲ ਬਹੁਤ ਜ਼ਰੂਰੀ ਹੈ। ਦੰਦਾਂ ਦੀਆਂ ਬਿਮਾਰੀਆਂ, ਹਾਰਟ ਦੀ ਪ੍ਰੋਬਲਮ ਨਾਲ ਰਿਲੇਟਡ ਕੀਤੀਆਂ ਗਈਆਂ, ਕਈ ਦਿਮਾਗੀ ਪ੍ਰੋਬਲਮਸ ਨਾਲ ਵੀ ਰਿਲੇਟਡ ਕੀਤੀਆਂ ਗਈਆਂ। ਸੋ ਜਦੋਂ ਡੈਂਟਲ ਬੈਨੀਫਿਟਸ ਹੋਣਗੇ, ਓਰਲ ਹੈਲਥ ਵਧੀਆ ਹੋਏਗੀ, ਓਵਰਆਲ ਹੈਲਥ ਵੀ ਵਧੀਆ ਹੋਏਗੀ। ਸ਼ੁਰੂਆਤ 'ਚ ਡੈਫੀਨੇਟਲੀ ਗਵਰਨਮੈਂਟ ਦੇ ਪੈਸੇ ਲੱਗਣਗੇ, ਬਟ ਲੌਂਗ ਟਰਮ ਵਿੱਚ ਇਹ ਸੇਵਿੰਗ ਹੀ ਹੋਏਗੀ। ਜੀ ਡਾਕਟਰ ਸਤਪ੍ਰੀਤ ਜੀ, ਆਖਰੀ ਸਵਾਲ ਇਹ ਹੈ ਕਿ ਡਾਕਟਰਾਂ ਦੀ ਅਸੀਂ ਸ਼ਾਰਟੇਜ ਦੇਖੀ ਹੈ। ਫੈਮਿਲੀ ਡਾਕਟਰ ਤਾਂ ਬਿਲਕੁਲ ਮਿਲ ਹੀ ਨਹੀਂ ਰਿਹਾ ਅੱਜ ਕੱਲ੍ਹ। ਇੱਕ ਪਾਸੇ ਡਾਕਟਰੀ ਜਿਹੜੀ ਹੈ ਉਹ ਸ਼ਾਰਟੇਜ ਹਜੇ ਪੂਰੀ ਨਹੀਂ ਹੋਈ, ਅਜਿਹੇ ਦੇ ਵਿੱਚ ਅਨਾਉਂਸਮੈਂਟ ਹੋ ਗਈ ਕਿ ਡੈਂਟਲ ਕੇਅਰ ਦੇ ਵਿੱਚ ਵੀ ਡਾਕਟਰਾਂ ਦੀ ਘਾਟ ਹੈਗੀ ਹੈ। ਕਿਉਂਕਿ ਜੇ ਇਹ ਫਾਇਦੇਮੰਦ ਹੁੰਦਾ ਹੈ, ਸਹੀ ਨਿਕਲਦਾ ਹੈਗਾ ਡੈਂਟਲ ਕੇਅਰ ਦਾ ਜਿੰਨਾ ਵੀ ਪਲਾਨ ਹੈ, ਆਫ ਕੋਰਸ ਲੋਕਾਂ ਦੀ ਭੀੜ ਤਾਂ ਪਏਗੀ। ਤੇ ਅਸੀਂ ਦੇਖ ਰਹੇ ਹਾਂ ਵੀ ਲੋਅਰ ਮੇਨਲੈਂਡ ਦੇ ਵਿੱਚ ਤਾਂ ਫਿਰ ਵੀ ਕਿਤੇ ਨਾ ਕਿਤੇ ਡੈਂਟਿਸਟ ਮਿਲ ਜਾਂਦੇ ਨੇ। ਜਿਹੜੇ ਆਊਟਰ ਏਰੀਆਜ਼ ਨੇ, ਰੂਰਲ ਏਰੀਆਜ਼ ਦੇ ਵਿੱਚ ਨੇ, ਉੱਥੇ ਤਾਂ ਕੋਈ ਡਾਕਟਰ, ਕੋਈ ਡੈਂਟਿਸਟ ਉੱਥੇ ਦਿਖਾਈ ਹੀ ਨਹੀਂ ਦਿੰਦਾ। ਤੇ ਇਸ ਕਮੀ ਨੂੰ ਫਿਰ ਕਿਵੇਂ ਪੂਰਾ ਕੀਤਾ ਜਾਏ? ਐਜ਼ ਅ ਡੈਂਟਿਸਟ ਤੁਸੀਂ ਕੀ ਸੋਚਦੇ ਹੋ ਇਸ ਸੰਬੰਧੀ? ਗਵਰਨਮੈਂਟ ਆਫ ਆਪਣੀ ਕੈਨੇਡਾ ਦੇ ਨੈਸ਼ਨਲ ਡੈਂਟਲ ਬੋਰਡ ਆਫ ਕੈਨੇਡਾ ਦਾ ਇੱਕ ਪਲਾਨਸ ਹੈਗੇ ਆ ਜਿਹਦੇ 'ਚ ਡੈਂਟਲ ਲਾਇਸੈਂਸ ਦਿੰਦੇ ਆ ਨਵੇਂ ਗ੍ਰੈਜੂਏਟਸ ਨੂੰ ਜਿਹੜੇ ਫੋਰਨ ਕੰਟਰੀਜ਼ ਨੂੰ ਆਉਂਦੇ ਆ। ਕੈਨੇਡਾ ਵਿੱਚ ਡੈਂਟਿਸਟ ਦੀ ਕਮੀ ਨਹੀਂ ਹੈਗੀ, ਬਸ਼ਰਤੇ ਉਹ ਲਾਇਸੈਂਸ ਡੈਂਟਿਸਟ। ਹੁਣ ਅਸੀਂ ਦੇਖਦੇ ਹਾਂ ਇੰਡੀਆ ਤੋਂ ਜਾਂ ਹੋਰ ਕਿਸੇ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਡੈਂਟਿਸਟ ਆਉਂਦੇ ਨੇ ਜਿਹੜੇ ਕਿ ਆਪਣੇ ਐਗਜ਼ਾਮ ਨਾ ਕਲੀਅਰ ਹੋਣ ਕਰਕੇ ਐਂਡ ਟੈਕਸੀ ਡਰਾਈਵ ਕਰਦੇ ਆ ਜਾਂ ਟਰੱਕ ਚਲਾਉਣ, ਜੋ ਕਿ ਬਹੁਤ ਜ਼ਰੂਰੀ ਬਿਜ਼ਨਸਿਸ ਨੇ, ਬਟ ਉਹ ਡੈਂਟਲ ਹੈਲਥ ਪ੍ਰੋਵਾਈਡ ਨਹੀਂ ਕਰ ਸਕਦੇ। ਸੋ ਨੈਸ਼ਨਲ ਬੋਰਡ ਨੂੰ ਜਾਂ ਗਵਰਨਮੈਂਟ ਆਫ ਕੈਨੇਡਾ ਨੂੰ ਇਹਦੇ ਵੱਲ ਵੀ ਇੱਕ ਧਿਆਨ ਦੇਣਾ ਪਊਗਾ ਕਿ ਡੈਂਟਿਸਟ ਦੀ ਕਮੀ ਦੂਰ ਕੀਤੀ ਜਾਏ। ਤੁਹਾਡੀ ਗੱਲ ਸਹੀ ਹੈ ਕਿ ਲੋਅਰ ਮੇਨਲੈਂਡ 'ਚ ਡੈਂਟਿਸਟ ਹੈਗੇ ਨੇ, ਬਹੁਤ ਨੇ, ਬਟ ਇੱਥੇ ਵੀ ਡੈਂਟਿਸਟ ਲੱਭਣਾ ਇਟਸ ਨਾਟ ਈਜ਼ੀ। ਲੋਕਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ, ਸਪੈਸ਼ਲੀ ਐਮਰਜੈਂਸੀ 'ਚ ਲੋਕ ਕਈ ਵਾਰੀ ਪੇਨ 'ਚ ਰਹਿੰਦੇ ਨੇ, ਐਮਰਜੈਂਸੀ ਜਾਣਾ ਪੈਂਦਾ। ਬਟ ਦੂਜੀ ਗੱਲ ਜੇ ਰੂਰਲ ਏਰੀਆਜ਼ ਚਲ ਗਏ, ਉੱਥੇ ਤੇ ਹੋਰ ਜ਼ਿਆਦਾ ਟਰਬਲ ਹੈਗੀ ਹੈ। ਇੱਥੋਂ ਤੱਕ ਦੇਖਿਆ ਗਿਆ ਲੋਕਾਂ ਨੂੰ 100 ਕਿਲੋਮੀਟਰ ਤੱਕ ਟਰੈਵਲ ਕਰਨਾ ਪੈਂਦਾ ਜਸਟ ਆਪਣੇ ਇੱਕ ਦੰਦ ਠੀਕ ਕਰਾਉਣ ਲਈ। ਸੋ ਜਾਂ ਇੱਕ ਪਾਲਿਸੀ ਬਣਾਉਣੀ ਚਾਹੀਦੀ ਗਵਰਨਮੈਂਟ ਨੂੰ, ਜਿੱਥੇ ਕਿ ਜਿਹੜੇ ਨਵੇਂ ਗ੍ਰੈਜੂਏਟਸ ਨੇ ਉਹਨਾਂ ਨੂੰ ਕੁਝ ਸਾਲ ਲਈ ਸ਼ਾਇਦ ਉਹਦੇ 'ਚ ਰੂਰਲ ਏਰੀਆ 'ਚ ਪ੍ਰੈਕਟਿਸ ਕਰਨ ਲਈ ਕਿਹਾ ਜਾਏ। ਸੋ ਇਹ ਬਹੁਤ ਕੁਝ ਡਿਪੈਂਡ ਕਰਦਾ ਗਵਰਨਮੈਂਟ ਆਫ ਕੈਨੇਡਾ ਦੀ ਪਾਲਿਸੀ 'ਤੇ। ਸੋ ਡੈਫੀਨੇਟਲੀ ਡੈਂਟਿਸਟ ਮੋਰ ਚਾਹੀਦੇ ਨੇ। ਜੇ ਹੁਣ ਅਸੀਂ ਕਹਿੰਦੇ ਹਾਂ ਕਿ 60% ਲੋਕਾਂ ਕੋਲ ਇੰਸ਼ੋਰੈਂਸ ਹੈ, 40% ਕੋਲ ਨਹੀਂ ਹੈਗੀ, ਜਦੋਂ ਉਹਨਾਂ 40% ਕੋਲ ਆਉਂਦੀ ਹੈ ਉਹ ਡੈਂਟਿਸਟ ਲੱਭਣਗੇ। ਸੋ ਉਹਦੇ ਲਈ ਸਾਨੂੰ ਨਵੇਂ ਡੈਂਟਿਸਟ ਚਾਹੀਦੇ ਨੇ, ਨਵੇਂ ਗ੍ਰੈਜੂਏਟਸ ਚਾਹੀਦੇ ਨੇ। ਗਵਰਨਮੈਂਟ ਨੂੰ ਇਹਦੇ ਵੱਲ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ। ਥੈਂਕ ਯੂ ਸੋ ਮਚ ਡਾਕਟਰ ਸਤਪ੍ਰੀਤ ਜੀ, ਗੱਲਬਾਤ ਕਰਨ। ਧੰਨਵਾਦ ਜੀ, ਥੈਂਕ ਯੂ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਤਾਂ ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਇਹ ਵਿਆਜ ਦਰਾਂ ਦੇ ਵਿੱਚ ਵਾਧਾ ਹਾਲਾਂਕਿ ਪਹਿਲਾਂ ਤੋਂ ਹੀ ਇਸ ਦੇ ਸੰਕੇਤ ਦਿੱਤੇ ਗਏ ਸੀ। ਵੱਧ ਰਹੀ ਮਹਿੰਗਾਈ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ 50 ਬੇਸਿਸ ਪੁਆਇੰਟਸ ਵਾਧਾ ਕੇਂਦਰੀ ਬੈਂਕ ਦੁਆਰਾ 2 ਦਹਾਕਿਆਂ ਵਿੱਚ ਕੀਤਾ ਗਿਆ, ਜੋ ਸਭ ਤੋਂ ਮਹੱਤਵਪੂਰਨ ਵਾਧਾ ਹੈ। ਬੈਂਕ ਆਫ ਕੈਨੇਡਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹ ਪੁਨਰ ਨਿਵੇਸ਼ ਨੂੰ ਖਤਮ ਕਰ ਰਿਹਾ ਹੈ ਤੇ ਮਾਤਰਾਤਮਕ ਸਖਤੀ ਜਿਹੜੀ ਹੈ ਉਹ ਸ਼ੁਰੂ ਕਰ ਰਿਹਾ ਹੈ।
ਤੇਲ, ਕੁਦਰਤੀ ਗੈਸ ਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਸੰਸਾਰ ਭਰ ਦੇ ਵਿੱਚ ਜਿਹੜਾ ਉਹ ਦਿਖਾਈ ਦੇ ਰਿਹਾ ਹੈ। ਜੰਗ ਦੇ ਨਤੀਜੇ ਵਜੋਂ ਜਿਸ ਤਰੀਕੇ ਨਾਲ ਰੂਸ ਤੇ ਯੂਕਰੇਨ ਦੇ ਵਿੱਚ ਜੰਗ ਦਾ ਮਾਹੌਲ ਹੈ, ਉਸ ਦੇ ਨਤੀਜੇ ਵਜੋਂ ਸਪਲਾਈ ਵਿੱਚ ਵਿਘਨ ਵੀ ਚੱਲ ਰਹੇ ਜਿਹੜੀਆਂ ਨੇ, ਉਸ ਕਰਕੇ ਰੁਕਾਵਟਾਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਗਤੀਵਿਧੀ ਦੇ ਉੱਤੇ ਜਿਹੜੀਆਂ ਉਸ ਦੀ ਰਫ਼ਤਾਰ ਨੂੰ ਘਟਾ ਰਹੀਆਂ ਨੇ। ਪਿਛਲੇ ਮਹੀਨੇ ਕੇਂਦਰੀ ਬੈਂਕ ਨੇ ਆਪਣੀ ਦਰ ਨੂੰ 1/4 ਪੁਆਇੰਟ ਵਧਾ ਕੇ 1% ਤੇ ਅੱਧਾ ਕਰ ਦਿੱਤਾ ਹੈ, ਜੋ ਕਿ 2018 ਤੋਂ ਬਾਅਦ ਪਹਿਲਾ ਵਾਧਾ ਹੈ। ਗ੍ਰੇਟਰ ਵੈਨਕੂਵਰ ਰੀਅਲ ਏਸਟੇਟ ਬੋਰਡ ਰਿਪੋਰਟ ਕਰਦਾ ਹੈ ਕਿ ਕੀਮਤਾਂ ਸਾਲ ਦਰ ਸਾਲ 20% ਵਧੀਆਂ ਨੇ। BC ਰੀਅਲ ਏਸਟੇਟ ਐਸੋਸੀਏਸ਼ਨ ਨੇ ਕੇਂਦਰੀ ਬੈਂਕ ਤੋਂ ਇੱਕ ਮਹੱਤਵਪੂਰਨ ਕਦਮ ਦੀ ਉਮੀਦ ਕੀਤੀ ਸੀ, ਕਿਉਂਕਿ ਰਿਹਾਇਸ਼ ਬਹੁਤ ਸਾਰੇ ਕੈਨੇਡੀਅਨਾਂ ਦੀ ਪਹੁੰਚ ਤੋਂ ਬਾਹਰ ਹੈ। ਜਿੱਥੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇੱਕ ਖਬਰ ਲੈ ਕੇ ਐਡਮਿੰਟਨ ਸ਼ਹਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ। ਅਲਬਰਟਾ ਹੈਲਥ ਵਾਲੇ ਜਿਹੜੇ ਆ ਜੀ, ਉਹ ਇੱਕ ਸਾਬਕਾ ਸ਼ੇਰਵੁੱਡ ਪਾਰਕ ਦਾ ਡਾਕਟਰ ਆ, ਉਹਦੇ ਤੇ ਕਲੇਮ ਕਰ ਰਹੇ ਨੇ ਕਿ ਉਹਨੇ $5 ਮਿਲੀਅਨ ਜਿਹੜਾ ਉਹ ਓਵਰ ਪੇਮੈਂਟ ਦੇ ਵਿੱਚ ਲਿਆ ਹੈ। ਯਾਨੀ ਕਿ ਅਲਬਰਟਾ ਹੈਲਥ ਤੋਂ ਜ਼ਿਆਦਾ ਪੈਸੇ ਉਹਨੇ $5 ਮਿਲੀਅਨ ਦੇ ਕਰੀਬ ਇੱਕ ਡਾਕਟਰ ਨੇ ਲਏ ਨੇ। ਹੁਣ ਉਹਦੇ ਤੇ ਮੁਕੱਦਮਾ ਕੀਤਾ ਹੋਇਆ, ਜਿਹਦੇ 'ਚ ਵਿਸੈਂਜੋ ਵਿਸਕੌਂਟੀ ਨਾਂ ਦਾ ਜਿਹੜਾ ਡਾਕਟਰ ਆ, ਉਹਦੇ ਕਿਹਾ ਗਿਆ ਵੀ ਇਹਨੇ ਇਨਅਪਰੋਪਰੀਏਟ ਬਿਲਿੰਗਸ ਕੀਤੀਆਂ ਹੈਗੀਆਂ $49,86,138.07 ਦੀਆਂ। ਇਹ ਇੱਕ ਸ਼ੇਰਵੁੱਡ ਪਾਰਕ 'ਚ ਫੈਮਿਲੀ ਡਾਕਟਰ ਸੀਗਾ ਜੀ, ਔਰ ਉਹਨੇ ਇਹ ਗੱਲ ਮੰਨ ਵੀ ਲਈ ਕਿ ਉਹਨੇ ਅਲਬਰਟਾ ਹੈਲਥ ਕੇਅਰ ਨੂੰ ਡੀਫਰਾਡ ਕੀਤਾ ਸਿਸਟਮ ਨੂੰ। ਤੇ ਹੁਣ ਪ੍ਰੋਵਿੰਸ ਜਿਹੜਾ ਉਹਨੂੰ ਸੂ ਕੀਤਾ ਪ੍ਰੋਵਿੰਸ ਨੇ, ਤਾਂ ਕਿ ਉਹਦੇ ਕੋਲੋਂ $5 ਮਿਲੀਅਨ ਜਿਹੜੇ ਆ ਉਹ ਓਵਰ ਪੇਮੈਂਟ ਕੀਤੀ, ਉਹ ਉਹਦੇ ਤੋਂ ਰਿਕਵਰ ਕੀਤੀ ਜਾ ਸਕੇ। ਹਾਲਾਂਕਿ ਉਹਦਾ ਜਿਹੜਾ ਲਾਇਸੈਂਸ ਹੈਗਾ ਪ੍ਰੈਕਟਿਸ ਕਰਨ ਦਾ, ਉਹ ਪਰਮਾਨੈਂਟਲੀ ਕੈਂਸਲ ਕਰ ਦਿੱਤਾ ਗਿਆ ਜੀ ਜਨਵਰੀ 2019 ਦੇ ਵਿੱਚ, ਜਦੋਂ ਅਲਬਰਟਾ ਕਾਲਜ ਆਫ ਫਿਜ਼ੀਸ਼ੀਅਨ ਤੇ ਸਰਜਨ ਨੇ ਦੇਖਿਆ ਕਿ ਉਹਨੇ ਬਹੁਤ ਜ਼ਿਆਦਾ ਹਾਈ ਰੇਟਸ ਜਿਹੜੇ ਜੀ ਓਪੀਐਡ ਪ੍ਰਿਸਕ੍ਰਿਪਸ਼ਨਸ ਕੀਤੀਆਂ ਹੋਈਆਂ ਸੀਗੀਆਂ ਲੋਕਾਂ ਨੂੰ। ਕੋਈ 1 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਉਹਨੇ ਇਹ 3 ਕਾਊਂਟਸ ਨੂੰ ਪਲੀਡ ਗਿਲਟੀ ਕੀਤਾ ਹੈਗਾ, ਜਿਹਦੇ 'ਚ ਉਹਨਾਂ ਮੰਨਿਆ ਕਿ ਉਹਨੇ $17,504 ਤੇ 26 ਸੈਂਟ ਜਿਹੜੇ ਆ ਫਾਲਸ ਕਲੇਮਸ ਦੇ ਵਿੱਚ ਕਲੇਮ ਕੀਤੇ ਹੋਏ ਨੇ। ਔਰ ਉਹਨਾਂ 'ਚ ਇਹ ਵੀ ਕਿਹਾ ਗਿਆ ਸੀ ਵੀ ਕੁਝ ਫੋਨੀ ਲੇਟ ਨਾਈਟ ਵਿਜ਼ਿਟ ਕੀਤੇ ਆ ਪੇਸ਼ੈਂਟਸ ਨੂੰ, ਜਦੋਂ ਕਿ ਸਰਕਾਰੀ ਵਕੀਲ ਦਾ ਕਹਿਣਾ ਵੀ ਇਹ ਸਾਰੀ ਗੱਲਬਾਤ ਜਿਹੜੀ ਸੀਗੀ ਜੀ ਮੋਟੀਵੇਟਡ ਸੀਗੀ, ਲਾਲਚ ਕਰਕੇ, ਗਰੀਡ ਕਰਕੇ ਕੀਤਾ ਗਿਆ ਆ। ਔਰ ਉਹ ਕਹਿੰਦੇ ਵੀ ਉਹ ਜਿਹੜੇ ਲੇਟ ਨਾਈਟ ਵਿਜ਼ਿਟ ਵਾਲੀ ਗੱਲ ਆ, ਉਹ ਕੋਈ ਵੀ ਡਾਕੂਮੈਂਟੇਸ਼ਨ ਉਹਨਾਂ ਨੂੰ ਸਪੋਰਟ ਕਰਨ ਨੂੰ ਨਹੀਂ ਸੀ ਹੈ, ਨਾ ਹੀ ਕੋਈ ਪੇਸ਼ੈਂਟ ਦਾ ਜਿਹੜਾ ਚਾਰਟ ਵਗੈਰਾ ਸੀ ਉਹ ਸੀਗਾ। ਸੋ ਹੁਣ ਉਹਦੇ ਕੋਲੋਂ ਜੀ ਇਹ $5 ਮਿਲੀਅਨ ਜਿਹੜਾ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। CBC ਨਿਊਜ਼ ਵਾਲਿਆਂ ਨੇ ਡਾਕਟਰ ਵਿਸਕੌਂਟੀ ਨੂੰ ਈਮੇਲ ਭੇਜ ਕੇ ਉਹਦੇ ਤੋਂ ਮਤਲਬ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਨਾ ਕਰ ਦਿੱਤੀ। ਤੇ ਦੂਸਰੇ ਪਾਸੇ ਜਿਹੜੀ ਗਵਰਨਮੈਂਟ ਦੇ ਹੈਲਥ ਮਿਨਿਸਟਰ ਨੇ ਜੇਸਨ ਕੌਪਿੰਗ ਹੋਰੀ, ਉਹਨਾਂ ਨੇ ਵੀ ਕੌਮੈਂਟ ਕਰਨ ਤੋਂ ਨਾ ਕਰ ਦਿੱਤੀ ਹੈ। ਪਿੱਛੇ ਜਿਹੇ ਵਿਸਕੌਂਟੀ ਹੋਰਾਂ ਨੇ ਕੋਰਟ ਨੂੰ ਕਿਹਾ ਸੀਗਾ ਜੀ ਵੀ ਇਹ ਜਿਹੜੀ ਮੇਰੇ ਤੋਂ ਕੰਪਨਸੇਸ਼ਨ ਮੰਗੀ ਜਾ ਰਹੀ ਆ, ਉਹਦੇ ਤੇ ਦੁਬਾਰਾ ਨਿਗਾਹ ਮਾਰੀ ਜਾਵੇ, ਪਰ ਉਹ ਨਿਗਾਹ ਮਾਰਨ ਤੋਂ ਬਾਅਦ ਜੀ $3,091 ਤੇ 44 ਸੈਂਟ ਉਹਨਾਂ ਨੇ ਘੱਟ ਕੀਤੇ ਆ। ਪਰ ਇਹ ਉਹ ਦੂਸਰੇ ਜਿਹੜਾ 49 ਲੱਖ ਆ, ਉਹ ਵੱਖਰਾ ਆ ਉਹਦੇ ਨਾਲੋਂ, ਜਿਹੜੇ ਘੱਟ ਕੀਤੇ ਗਏ ਨੇ। ਤੇ ਹੁਣ ਦੇਖਦੇ ਹਾਂ ਕਦੋਂ ਸਰਕਾਰ ਦੇ ਖਜ਼ਾਨੇ ਵਿੱਚ ਮੁੜ ਕੇ ਜੀ ਉਹ $5 ਮਿਲੀਅਨ ਆਉਂਦਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।